नानक पाद पंकज बंधन पाद पंकज बंधन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो गुरु अर्जन विघ्नन के नासक विघ्नन के नासक श्री हर गोबिंद शुभ सुमति प्रकाशक गुरु हर राय नमो कर जोरी नमो कर जोरी श्री हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला तरों तरां पर पुन पुन सीसा पुन पुन सीसा बंदो बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदत बंदो कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघ्न विनाशन सोए कहा बुद्ध प्रभ तुच्छ हमारी बरन सका महिमा जो तेहारी हम न सकत कर सिफत तुम्हारी आप ले हो तुम कथा सुधारी ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी सतनाम श्री वाहिगुरु साहिब जीओ हाकल छंद क्यों हमें बुलायो बाला भ्रम होयो और एह काला मम चुगली कीनी काहू मन लखित है विदयाहू क्यों हमें बुलायो बाला। वाहिगुरु जी का खालसा वाहिगुरु जी की फतेह। पतित पावन भगत वत्सल किरपा देख जाने जोत रूप चबर शतर तखत दे मालक प्रतख सतगुरु तन तन सतगुरु साहिब श्री गुरु ग्रंथ साहिब जी महाराज जी दी पावन पवित्र हजूरी विखे मिल जुड़ बैठी गुरु रूप गुरु खालसा साध संगत जीओ। आप सारे वਡਭਾਗੀ हो सतगुਰਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਸੋਦਰ श्री रहरा साहब जी का पाठ ਸਰਵਨ करके ਲਾਹਾ ਪ੍ਰਾਪਤ ਕੀਤਾ है। सो साध संगत जी महाराज जी फरमाਉਂਦੇ ਹਨ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੋ महाराज जी ਸਮਝਾਉਂਦੇ ਹਨ ਕਿ ਉਹੀ ਜੋ ਜਨ ਹਨ ਜਿਹੜੇ ਉਹੀ ਸੁੰਦਰ ਮੰਨੇ ਜਾਂਦੇ ਹਨ ਸੋਹਣੇ ਮੰਨੇ ਜਾਂਦੇ ਹਨ ਲੋਕ ਵਿੱਚ ਅਤੇ ਪਰਲੋਕ ਵਿੱਚ ਜਿਹੜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਵਿੱਚ ਆ ਕਰਕੇ ਬੈਠਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਆ ਕਰਕੇ ਬੈਠਦੇ ਹਨ ਉਹ ਲੋਕ ਵਿੱਚ ਅਤੇ ਪਰਲੋਕ ਵਿੱਚ ਸੋਹਣੇ ਮੰਨੇ ਜਾਂਦੇ ਹਨ। ਅਤੇ ਨਾਲ ਹੀ ਸਤ ਸੰਗਤ ਜੀ
ਕਿਹਦੀ ਸਾਧ ਸੰਗਤ ਵਿੱਚ ਬੈਠੇ ਹਾਂ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਜਬਰ ਛਤਰ ਤਖਤ ਦੇ ਮਾਲਕ ਹਨ। ਸੋ ਸਾਧ ਸੰਗਤ ਜੀ ਮਹਾਰਾਜ ਜੀ ਫਰਮਾਉਂਦੇ ਹਨ, ਬਿਨ ਗੁਰ ਪ੍ਰੇਮ ਨਾ ਪਾਈਐ। ਮਹਾਰਾਜ ਜੀ ਸਮਝਾਉਂਦੇ ਹਨ ਕਿ ਸਤਿਗੁਰੂ ਗੁਰੂ ਤੋਂ ਬਿਨਾਂ ਪ੍ਰੇਮ ਨਹੀਂ ਪਾਇਆ ਜਾਂਦਾ, ਤੇ ਪ੍ਰੇਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਸੋ ਗੁਰੂ ਤਾਰਨ ਕਰਕੇ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਕਿ ਆਪਾਂ ਪ੍ਰੇਮ ਪਾ ਸਕਦੇ ਹਾਂ, ਤੇ ਉਹੀ ਪ੍ਰੇਮ ਕਰਕੇ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਸਾਧ ਸੰਗਤ ਵਿੱਚ ਬੈਠਣ ਦਾ ਲਾਹਾ ਸਮਾਂ ਪ੍ਰਾਪਤ ਕੀਤਾ ਹੈ, ਬਖਸ਼ਿਆ ਹੈ ਸਾਨੂੰ। ਸੋ ਸਾਧ ਸੰਗਤ ਜੀ, ਸੋ ਆਪਾਂ ਸਾਰੇ ਇਕੱਤਰ ਹੋਏ ਹਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੋ ਜੀਵਨ ਕਥਾ ਹੈ ਉਹ ਸਰਵਨ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸੋ ਆਓ ਹੁਣ ਸਾਰੀ ਸੰਗਤ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸੋ ਗੁਰੂ ਇਤਿਹਾਸ ਆਪਾਂ ਸਰਵਨ ਕਰੀਏ ਜੀ। ਸੋ ਪਿਛਲੇ ਪ੍ਰਸੰਗ ਵਿੱਚ ਆਪਾਂ ਸਰਵਨ ਕੀਤਾ ਸੀ, ਸੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਕਾਲੂ ਜੀ, ਉਹ ਫਿਰ ਸੋ ਰਾਏਪੁਰ ਦੀ ਤਲਵੰਡੀ ਤੋਂ ਚਾਲੇ ਪਾ ਕਰਕੇ ਸੁਲਤਾਨਪੁਰ ਨਗਰ ਵੱਲ ਆਉਂਦੇ ਹਨ, ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਭੈਣ ਜੀ ਬੇਬੇ ਨਾਨਕੀ ਜੀ ਰਹਿੰਦੇ ਹਨ ਭਾਈ ਜੈ ਰਾਮ ਜੀ ਨਾਲ। ਅਤੇ ਬਾਬਾ ਕਾਲੂ ਜੀ ਫਿਰ ਆਪਦੇ ਪਿੰਡ ਤੋਂ ਚਾਲੇ ਪਾ ਕਰਕੇ ਬੇਬੇ ਨਾਨਕੀ ਜੀ ਨੂੰ ਮਿਲਣ ਆਉਂਦੇ ਹਨ, ਅਤੇ ਨਾਲ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜੋ ਮੋਦੀ ਖਾਨੇ ਦਾ ਕਾਰ ਹੈ ਉਹ ਸ਼ੁਰੂ ਕੀਤਾ ਹੈ ਸੁਲਤਾਨਪੁਰ ਵਿਖੇ। ਸੋ ਇਸੇ ਹੀ ਤਰ੍ਹਾਂ ਫਿਰ ਬਾਬਾ ਕਾਲੂ ਜੀ ਆ ਕਰਕੇ ਬੇਬੇ ਨਾਨਕੀ ਜੀ ਨੂੰ ਮਿਲਦੇ ਹਨ, ਅਤੇ ਨਾਲ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਤੇ ਭਾਈ ਬਾਲਾ ਜੀ ਨੂੰ ਵੀ ਮਿਲਣ ਜਾਂਦੇ ਹਨ, ਸਾਰਾ ਹਿਸਾਬ ਕਿਤਾਬ ਦਾ ਪੁੱਛਣ ਲਈ ਉੱਥੇ ਜਾ ਕਰਕੇ ਵਿਚਾਰਾਂ ਕਰਦੇ ਹਨ। ਇਸ ਤਰ੍ਹਾਂ ਵਿਚਾਰਾਂ ਕਰਕੇ ਸੋ ਬਾਬਾ ਕਾਲੂ ਜੀ ਜਾਣ ਵੇਲੇ ਜਦੋਂ ਵਾਪਸ ਤਲਵੰਡੀ ਵੱਲ ਜਾਣਾ ਹੈ ਉਹ ਬੇਬੇ ਨਾਨਕੀ ਜੀ ਨੂੰ ਮਿਲਣ ਜਾਂਦੇ ਹਨ, ਅਤੇ ਉਹਨਾਂ ਨੇ ਇਸ ਤਰ੍ਹਾਂ ਫਿਰ ਸਕੀਮ ਬਣਾਈ ਕਿ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਵਾਅਦਾ ਹੁੰਦਾ ਹੈ ਪੈਸਾ ਵਿੱਚ ਜੋ ਪ੍ਰੋਫਿਟ ਹੁੰਦਾ ਹੈ, ਤੁਸੀਂ ਕਿਸੇ ਤਰੀਕੇ ਨਾਲ ਸਤਿਗੁਰਾਂ ਤੋਂ ਲੈ ਕਰਕੇ ਸੋ ਇਸ ਤਰ੍ਹਾਂ ਵੱਖਰਾ ਕਰਕੇ ਉਹ ਇਸੇ ਤਰ੍ਹਾਂ ਇਕੱਠਾ ਕਰੀ ਜਾਓ, ਸੋ ਪੈਸਾ ਬਣੀ ਜਾਵੇ। ਕਿਉਂ ਕਰਕੇ ਸਤਿਗੁਰਾਂ ਦਾ ਰਿਸ਼ਤਾ ਵੀ ਕਰਨਾ ਹੈ। ਭਾਈ ਜੈ ਰਾਮ ਜੀ ਦੱਸਦੇ ਹਨ ਕਿ ਸਤਿਗੁਰਾਂ ਦਾ ਇੱਕ ਰਿਸ਼ਤਾ ਲੱਭਿਆ ਹੈ। ਸੋ ਇਸੇ ਤਰ੍ਹਾਂ ਇਹ ਸਕੀਮ ਬਣਾਉਂਦੇ ਹਨ, ਨਾਲ ਕਹਿ ਦਿੰਦੇ ਹਨ ਕਿ ਭਾਈ ਬਾਲਾ ਜੀ ਨੂੰ ਵੀ ਨਾਲ ਵਿੱਚ ਇਸ ਤਰ੍ਹਾਂ ਲਿਆਉਣਾ ਕਰੋ। ਤੇ ਇਸੇ ਤਰ੍ਹਾਂ ਫਿਰ ਬਾਬਾ ਕਾਲੂ ਜੀ ਨੇ ਭਾਈ ਬਾਲਾ ਜੀ ਨੂੰ ਸੱਦਣਾ ਕੀਤਾ। ਭਾਈ ਬਾਲਾ ਜੀ ਆਉਂਦੇ ਹਨ ਅਤੇ ਇਸੇ ਤਰ੍ਹਾਂ ਭਾਈ ਬਾਲਾ ਜੀ ਨੂੰ ਇਸ ਤਰ੍ਹਾਂ ਸਕੀਮ ਦੱਸਦੇ ਹਨ। ਭਾਈ ਬਾਲਾ ਜੀ ਉਸੇ ਹੀ ਵਕਤ ਕਹਿ ਦਿੰਦੇ ਹਨ ਕਿ ਆਪਾਂ ਇਸ ਤਰ੍ਹਾਂ ਵਿੱਚ ਨਹੀਂ ਆਉਣਾ, ਗੁੱਸੇ ਵਿੱਚ ਆ ਕਰਕੇ ਆਪਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸੇਵਕ ਹਾਂ। ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੁਕਮ ਕਰਨਗੇ ਆਪਾਂ ਉਹੀ ਮਨਜ਼ੂਰ ਮੰਨਾਂਗੇ। ਸੋ ਇਸ ਤਰ੍ਹਾਂ ਕਹਿ ਕਰਕੇ ਭਾਈ ਬਾਲਾ ਜੀ ਵੀ ਵਾਪਸ ਚਲੇ ਜਾਂਦੇ ਹਨ। ਸੋ ਇਸ ਤਰ੍ਹਾਂ ਫਿਰ ਥੋੜਾ ਜਿਹਾ ਸਮਾਂ ਬਤੀਤ ਹੁੰਦਾ ਹੈ। ਭਾਈ ਜੈ ਰਾਮ ਜੀ ਤੇ ਫਿਰ ਬੇਬੇ ਨਾਨਕੀ ਜੀ ਸੋ ਉਹ ਇਸ ਤਰ੍ਹਾਂ ਸੁਲਤਾਨਪੁਰ ਵਿਖੇ ਰਹਿੰਦੇ ਹਨ। ਇੱਕ ਬੰਦਾ ਸੁਲਤਾਨਪੁਰ ਤੋਂ ਆ ਕਰਕੇ ਭਾਈ ਜੈ ਰਾਮ ਜੀ ਨੂੰ ਆ ਕਰਕੇ ਚੁਗਲੀ ਕਰਨ ਲੱਗ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਭਰਮ ਪਾ ਦਿੰਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਮੋਦੀ ਖਾਨੇ ਦਾ ਕਾਰ ਕਰਦੇ ਹਨ, ਪਰ ਉਹਨਾਂ ਦਾ ਕੋਈ ਵਾਅਦਾ ਨਹੀਂ ਹੋਇਆ, ਘਾਟਾ ਹੀ ਹੁੰਦਾ ਹੈ। ਉਹ ਗਰੀਬਾਂ ਨੂੰ ਹੀ ਦਿੰਦੇ ਰਹਿੰਦੇ ਹਨ ਕਿ ਕੋਈ ਵਾਅਦਾ ਉਹਨਾਂ ਦਾ ਹੋਇਆ ਨਹੀਂ। ਇਸ ਤਰ੍ਹਾਂ ਚੁਗਲੀ ਕਰਕੇ ਭਾਈ ਜੈ ਰਾਮ ਜੀ ਦੇ ਮਨ ਵਿੱਚ ਸੋ ਭਰਮ ਪਾ ਦਿੰਦੇ ਹਨ। ਭਾਈ ਜੈ ਰਾਮ ਜੀ ਫਿਰ ਉਸ ਵਕਤ ਬੇਬੇ ਨਾਨਕੀ ਜੀ ਕੋਲ ਜਾਂਦੇ ਹਨ ਇਸ ਤਰ੍ਹਾਂ ਸ਼ੰਕੇ ਵਿੱਚ, ਤੇ ਬੇਬੇ ਨਾਨਕੀ ਜੀ ਨਾਲ ਵਿਚਾਰ ਕਰਦੇ ਹਨ ਕਿ ਮੇਰੇ ਮਨ ਵਿੱਚ ਸ਼ੰਕਾ ਹੈ, ਮੈਨੂੰ ਸਮਝ ਨਹੀਂ ਲੱਗਦੀ। ਲੋਕ ਇਸ ਤਰ੍ਹਾਂ ਕਹਿ ਰਹੇ ਹਨ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕੋਈ ਵਾਅਦਾ ਨਹੀਂ ਹੋਇਆ ਉਹਨਾਂ ਦੇ ਮੋਦੀ ਖਾਨੇ ਦੇ ਕਾਰ ਵਿੱਚ, ਸਾਡੀ ਬੇਇੱਜ਼ਤੀ ਹੋਵੇਗੀ ਤੇ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ ਵੀ ਸਾਡੀ ਬੇਇੱਜ਼ਤੀ ਹੋਵੇ। ਇਸ ਤਰ੍ਹਾਂ ਬੇਬੇ ਨਾਨਕੀ ਜੀ ਸਮਝਾਉਂਦੇ ਹਨ ਭਾਈ ਜੈ ਰਾਮ ਜੀ ਨੂੰ ਕਿ ਤੁਸੀਂ ਹੀ ਮੈਨੂੰ ਦੱਸਿਆ ਕਰਦੇ ਸੀ ਸਤਿਗੁਰੂ ਦੀ ਜਿਹੜੀ ਮਹਿਮਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਆਪ ਸਰੂਪ ਹਨ, ਤੁਸੀਂ ਹੀ ਮੈਨੂੰ ਸਮਝਾਇਆ ਕਰਦੇ ਸੀ। ਇਸ ਤਰ੍ਹਾਂ ਫਿਰ ਵਿਚਾਰ ਕਰਕੇ ਇਸ ਤਰ੍ਹਾਂ ਫਿਰ ਇੱਕ ਬਣਾਉਂਦੇ ਹਨ ਕਿ ਆਪਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸੱਦ ਕੇ ਆਪਾਂ ਫਿਰ ਹਿਸਾਬ ਕਿਤਾਬ ਸਾਰਾ ਵੇਖ ਕੇ ਉਦੋਂ ਫਿਰ ਪਤਾ ਲੱਗ ਜੂਗਾ ਕਿ ਵਾਧਾ ਹੋਇਆ ਜਾਂ ਘਾਟਾ ਹੋਇਆ। ਇਸ ਤਰ੍ਹਾਂ ਫਿਰ ਵਿਚਾਰ ਕਰਕੇ ਭਾਈ ਜੈ ਰਾਮ ਜੀ ਜੋ ਆਪਦੀ ਇੱਕ ਦਾਸੀ ਸੀ ਤੁਲਸਾ, ਉਹਨੂੰ ਫਿਰ ਭੇਜ ਕਰਕੇ ਬੇਬੇ ਨਾਨਕੀ ਜੀ ਭੇਜਦੇ ਹਨ ਕਿ ਤੁਸੀਂ ਜਾ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਬੜੇ ਪ੍ਰੇਮ ਨਾਲ ਇੱਥੇ ਬੁਲਾਉਣਾ ਕਰੋ। ਇੱਥੇ ਸੱਦ ਕਰਕੇ ਫਿਰ ਆਪਾਂ ਇੱਥੇ ਜੋ ਵਿਚਾਰ ਕਰਾਂਗੇ ਉਹ ਆਪਾਂ ਸਰਵਣ ਕਰਾਂਗੇ। ਸੋ ਹੁਣ ਸਾਰੀ ਸੰਗਤ ਮਨ ਚਿਤ ਬਿਰਤੀਆਂ ਇਕਾਗਰ ਕਰੋ। ਸੋ ਤੁਲਸਾ ਜਾ ਕਰਕੇ ਸਤਿਗੁਰਾਂ ਨੂੰ ਜਾ ਕੇ ਬੁਲਾਉਂਦੀ ਹੈ। ਮਹਾਰਾਜ ਜੀ ਵੇਖਦੇ ਹਨ ਕਿ ਤੁਲਸਾ ਆਈ ਹੈ।
ਮਹਾਰਾਜ ਜੀ ਪੁੱਛਦੇ ਹਨ ਭਾਈ ਬਾਲੂ ਨੂੰ ਕਿ ਕੀ ਹੋਇਆ, ਇਹਨੂੰ ਬੇਬੇ ਨਾਨਕੀ ਜੀ ਨੇ ਸੱਦਾ ਕੀਤਾ, ਕੀ ਹੋਇਆ ਹੋਣਾ। ਆਪਾਂ ਜਾ ਕਰਕੇ ਵੇਖਦੇ ਹਾਂ। ਸਾਰੀ ਸੰਗਤ ਹੁਣ ਮਨ ਚਿਤ ਬਿਰਤੀਆਂ ਇਕਾਗਰ ਕਰੋ, ਪ੍ਰੇਮ ਸ਼ਰਧਾ ਨਾਲ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਹਾਕਲ ਛੰਦ ਕਿਉ ਹਮੈ ਬੁਲਾਇਓ ਬਾਲਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਭਾਈ ਬਾਲੇ ਨੂੰ ਕਹਿ ਰਹੇ ਹਨ, ਇਹ ਭਾਈ ਬਾਲਿਆ, ਇਹਨਾਂ ਨੇ ਕਿਉਂ ਸਾਨੂੰ ਬੁਲਾਉਣਾ ਕੀਤਾ, ਕੀ ਕਾਰਨ ਹੋਊਗਾ। ਭ੍ਰਮ ਹੋਇਓ ਔਰ ਇਹ ਕਾਲਾ। ਉਹਨਾਂ ਦੇ ਮਨ ਵਿੱਚ ਕੋਈ ਭਰਮ ਹੋ ਗਿਆ ਹੋਣਾ, ਕੋਈ ਸ਼ੰਕਾ ਆ ਗਿਆ ਹੋਣਾ, ਤਾਂ ਹੀ ਸੱਦਿਆ ਹੋਣਾ ਸਾਨੂੰ। ਮਮ ਚੁਗਲੀ ਕੀਨੀ ਕਾਹੂ। ਮੈਨੂੰ ਲੱਗਦਾ ਹੈ ਕਿਸੇ ਬੰਦੇ ਨੇ ਉਹਨਾਂ ਨੂੰ ਜਾ ਕਰਕੇ ਕੋਈ ਚੁਗਲੀ ਕਰ ਦਿੱਤੀ ਹੋਣੀ ਹੈ, ਕੋਈ ਭਰਮ ਉਹਨਾਂ ਦੇ ਮਨ ਵਿੱਚ ਪਾ ਦਿੱਤਾ ਹੋਣਾ ਹੈ। ਮਨ ਲਖਿਅਤ ਹੈ ਬਿਦਿਆਹੂ। ਇਸ ਤਰ੍ਹਾਂ ਹੀ ਮੇਰੇ ਹਿਰਦੇ ਵਿੱਚ ਆਉਂਦਾ ਹੈ, ਇਸ ਤਰ੍ਹਾਂ ਹੀ ਮੇਰਾ ਵਿਚਾਰ ਹੈ ਭਾਈ ਬਾਲਿਆ, ਮੈਂ ਕੀ ਕਾਰਨ ਹੋਊਗਾ। ਸ੍ਰੀ ਅੰਗਦ ਸੋ ਕਹਿ ਬਾਲਾ। ਭਾਈ ਬਾਲਾ ਜੀ ਕਥਾ ਸੁਣਾ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਤੇ ਅਨੇਕਾਂ ਸੰਗਤਾਂ ਬੈਠ ਕਰਕੇ ਕਥਾ ਸਰਵਣ ਕਰ ਰਹੇ ਹਨ ਬੜੇ ਪ੍ਰੇਮ ਵਿੱਚ। ਅਤੇ ਭਾਈ ਬਾਲਾ ਜੀ ਦੱਸ ਰਿਹਾ ਹੈ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਇਸ ਤਰ੍ਹਾਂ ਕਥਾ ਹੁੰਦੀ ਹੈ, ਸੁਣੋ। ਸਭ ਕਥਾ ਬਨਾਏ ਰਸਾਲਾ। ਬੜੇ ਪ੍ਰੇਮ ਨਾਲ ਮੈਂ ਸੁੰਦਰ ਤਰੀਕੇ ਨਾਲ ਕਥਾ ਸੁਣਾਉਂਦਾ ਹਾਂ, ਬਣਾਉਂਦਾ ਹਾਂ, ਆਪ ਜੀ ਸੁਣੋ। ਗੁਰ ਅੰਗਦ ਸੁਣੀਏ ਬੈਨਾ। ਇਹ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੜੀ ਪ੍ਰੇਮ ਨਾਲ ਜਦੋਂ ਕਥਾ ਅੱਗੇ ਆਉਗੀ, ਆਪ ਜੀ ਸਰਵਣ ਕਰਨਾ ਕਰੋ। ਹਾਂ ਭਾਖਿਓ ਸੁਨਹੁ ਸੁਖੈਨਾ। ਸੋ ਇਸ ਤਰ੍ਹਾਂ ਫਿਰ ਭਾਈ ਬਾਲਾ ਜੀ ਉਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ, ਸੁਣੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸੁੱਖਾਂ ਦੇ ਘਰ ਕੋ ਕਰ ਹੈ ਦੂਤੀ ਤੇਰੀ। ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਭਾਈ ਬਾਲਾ ਕਹਿੰਦਾ, ਹੈ ਸਤਿਗੁਰੂ ਜੀ, ਸੋ ਤੁਹਾਡੇ ਤਾਂ ਆਪਾਂ ਇੱਥੇ ਕੋਈ ਗਲਤੀ ਤਾਂ ਨਹੀਂ ਕੀਤੀ। ਨਹਿ ਔਗਣਤਾ ਕਸ਼ਹੇਰੀ। ਨਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਡੇ ਵਿੱਚ ਔਗਣ ਹੈ, ਕੀ ਕਾਰਨ ਹੋਊਗਾ, ਆਪਾਂ ਜਾ ਕਰਕੇ ਪਤਾ ਕਰਦੇ ਹਾਂ। ਨਹਿ ਕਰਤੇ ਕਛੂ ਕੁਕਾਰਾ। ਇੱਥੇ ਮੋਦੀ ਖਾਨੇ ਦਾ ਕੰਮ ਕਰਦੇ ਆਪਾਂ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ। ਸੁਣ ਨਾਨਕ ਬਚਨ ਉਚਾਰਾ। ਸੋ ਇਸ ਤਰ੍ਹਾਂ ਫਿਰ ਬਚਨ ਸੁਣ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਚਨ ਉਚਾਰਦੇ ਹਨ। ਹੈ ਆਪਨ ਮੈਂ ਜੋ ਮਿਠਾਈ। ਇਹ ਭਾਈ ਬਾਲਿਆ, ਜੋ ਮੋਦੀ ਖਾਨੇ ਵਿੱਚ ਹੱਟ ਵਿੱਚ ਉੱਥੇ ਕੋਈ ਮਠਿਆਈ ਹੋਊਗੀ ਉਹ ਲੈ ਕੇ ਆ। ਸੋ ਬਾਲਾ ਆਨ ਉਚਾਈ। ਇਸੇ ਹੀ ਤਰ੍ਹਾਂ ਫਿਰ ਭਾਈ ਬਾਲਾ ਜਾ ਕਰਕੇ ਕੋਈ ਜਿਹੜੀ ਮਠਿਆਈ ਹੈ ਉਹ ਉੱਥੇ ਜਾ ਕਰਕੇ ਵੇਖਦਾ ਹੈ ਮੋਦੀ ਖਾਨੇ ਵਿੱਚ। ਲੈ ਢਾਈ ਸੇਰ ਪਤਾਸੇ। ਉੱਥੇ ਸੋ 2.5 ਸੇਰ ਦੇ ਪਤਾਸੇ, ਜੋ 2.5 ਸੇਰ ਕਿਨ ਕਰਕੇ ਪਤਾਸੇ ਲੈ ਲਏ ਭਾਈ ਬਾਲੇ ਨੇ ਲੈ ਕੇ ਜਾਣ ਵਾਸਤੇ। ਉਠ ਗਸ਼ਤ ਭੇ ਸੁਖ ਰਾਸੇ। ਅਤੇ ਉੱਥੋਂ ਫਿਰ ਉਹਨਾਂ ਨੇ ਚਾਲੇ ਪਾ ਦਿੱਤੇ, ਬੇਬੇ ਨਾਨਕੀ ਜੀ ਦੇ ਘਰ ਜਾ ਰਹੇ ਹਨ। ਚੱਲ ਆਏ ਸੁਸਾਨ ਕੀਤਾ। ਤੇ ਉੱਥੇ ਬੇਬੇ ਨਾਨਕੀ ਜੀ ਦੇ ਘਰ ਜਿੱਥੇ ਭਾਈ ਜੈ ਰਾਮ ਜੀ ਉੱਥੇ ਬੇਬੇ ਨਾਨਕੀ ਜੀ ਹਨ, ਉੱਥੇ ਚਾਲੇ ਪਾ ਦਿੱਤੇ। ਹਉ ਸੰਗ ਗਇਓ ਕਰ ਹੇਤਾ। ਭਾਈ ਬਾਲਾ ਜੀ ਕਥਾ ਸੁਣਾ ਰਿਹਾ ਹੈ, ਕਹਿੰਦਾ ਹੈ ਮੈਂ ਪ੍ਰੇਮ ਕਰਦਾ ਕਰਕੇ ਮੈਂ ਵੀ ਨਾਲ ਚਲੇ ਗਿਆ, ਸਤਿਗੁਰਾਂ ਦੇ ਨਾਲ ਪ੍ਰੇਮ ਕਰਦਾ ਕਰਕੇ। ਉਠ ਕੀਨੋ ਬਹੁ ਸਤਕਾਰੂ। ਜਦੋਂ ਆਪਾਂ ਉੱਥੇ ਪਹੁੰਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਮਿਲਣ ਵਾਸਤੇ ਬੜੇ ਆਦਰ ਸਤਿਕਾਰ ਨਾਲ ਬੇਬੇ ਨਾਨਕ ਜੀ ਉੱਠ ਕਰਕੇ ਮਿਲਦੇ ਹਨ। ਮਚ ਦੀਨ ਵਿਛਾਏ ਜੋ ਚਾਰੂ। ਬੜੇ ਪ੍ਰੇਮ ਸ਼ਰਧਾ ਨਾਲ ਸੋ ਪਲੰਗ ਤੇ ਬਿਠਾ ਦਿੱਤਾ, ਬੜੇ ਆਦਰ ਸਤਿਕਾਰ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ। ਤਬ ਬੋਲੇ ਬੇਦਿਅਨ ਕੇਤਾ। ਤੇ ਉਸ ਵਕਤ ਫਿਰ ਬੇਦੀ ਕੁਲਾਂ ਦੇ ਨਿਸ਼ਾਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਚਨ ਕਰਨ ਲੱਗੇ। ਕਹੋ ਭਗਨੀ ਬੋਲਣ ਹੇਤਾ। ਅਤੇ ਬੜੇ ਪ੍ਰੇਮ ਸ਼ਰਧਾ ਨਾਲ ਕਹਿਣ ਲੱਗੇ, ਭੈਣ ਜੀ ਕੀ ਕਾਰਨ ਲਈ ਤੁਸੀਂ ਸਤਨਾ ਕੀਤਾ। ਤੁਮ ਹਮਕੋ ਬੋਲ ਪਠਾਇਓ। ਤੁਸੀਂ ਸਾਨੂੰ ਸੋ ਤੁਲਸਾਂ ਦਾਸੀ ਨੂੰ ਭੇਜ ਕਰਕੇ ਸਾਨੂੰ ਬੁਲਾਉਣਾ ਕੀਤਾ, ਕੀ ਕਾਰਨ ਹੈ ਦੱਸਣਾ ਕਰੋ। ਸੁਨ ਆਇਸ ਮੈਂ ਚਲ ਆਇਓ। ਅਤੇ ਇਸ ਤਰ੍ਹਾਂ ਸੁਣ ਕਰਕੇ ਤੁਹਾਡੀ ਆਗਿਆ ਸੁਣ ਕਰਕੇ ਆਪਾਂ ਚੱਲ ਕੇ ਆ ਗਏ ਹਾਂ, ਤੁਸੀਂ ਦੱਸਣਾ ਕਰੋ। ਕਹਿ ਕਾਲੂ ਤਨੁ ਜਾ ਭਾਈ। ਫਿਰ ਉਸ ਵਕਤ ਬਾਬਾ ਕਾਲੂ ਜੀ ਦੀ ਸੁਪੁੱਤਰੀ ਸਤਿਗੁਰਾਂ ਦੇ ਭੈਣ ਜੀ ਬੋਲਣ ਲੱਗੇ, ਹੈ ਭਾਈ ਤਵ ਦਰਸ਼ਨ ਮਨ ਲਲਚਾਈ। ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੇਰੀ ਬਹੁਤੀ ਹੀ ਇੱਛਾ ਹੋ ਗਈ ਸੀ, ਬਹੁਤਾ ਮਨ ਸੋ ਫੁਰਨਾ ਆ ਗਿਆ ਸੀ ਤੁਹਾਡੇ ਦਰਸ਼ਨ ਕਰਨ ਲਈ। ਤਬ ਭੇਜੀ ਤੁਲਸਾ ਦਾਸੀ। ਤੇ ਇੱਛਾ ਦੇ ਕਾਰਨ ਹੀ ਤੁਹਾਨੂੰ
ਤੁਲਸਾਂ ਦਾਸੀ ਰਾਹੀਂ ਸੋ ਤੁਲਸਾਂ ਦਾਸੀ ਨੂੰ ਭੇਜ ਕਰਕੇ ਆਪ ਜੀ ਨੂੰ ਸਦਨਾ ਕੀਤਾ। ਅਬ ਦੇਖਤ ਹਿਰਦਾ ਵਿਕਾਸ਼ੀ। ਤੇ ਤੁਹਾਨੂੰ ਤੁਹਾਡੇ ਦਰਸ਼ਨ ਕਰਕੇ ਬਹੁਤ ਹੀ ਹੁਣ ਸਾਡਾ ਹਿਰਦਾ ਖੁਸ਼ ਪ੍ਰਸੰਨ ਹੋ ਗਿਆ ਹੈ। ਸ੍ਰੀ ਨਾਨਕ ਬਚਨ ਉਚਾਰੇ। ਤੇ ਫਿਰ ਉਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਚਨ ਉਚਾਰਦੇ ਹਨ। ਸੁਨ ਭਗਨੀ ਹਿਰਦੈ ਹਮਾਰੇ। ਇਹ ਭੈਣ ਜੀ ਤੁਸੀਂ ਸੁਣੋ, ਸਾਡੇ ਹਿਰਦੇ ਵਿੱਚ ਇਸ ਤਰ੍ਹਾਂ ਹੈ। ਭ੍ਰਮ ਹੋਇਓ ਦੇਹੁ ਬਤਾਈ। ਸਾਨੂੰ ਲੱਗਦਾ ਹੈ ਕਿ ਤੁਹਾਡੇ ਮਨ ਵਿੱਚ ਕੋਈ ਭਰਮ ਪੈ ਗਿਆ ਲੱਗਦਾ ਹੈ, ਤੁਸੀਂ ਦੱਸਣਾ ਕਰੋ। ਕਿਸ ਕਾਰਜ ਮੋਹਿ ਬੁਲਾਈ। ਤੁਸੀਂ ਸੱਚੀ ਦੱਸਣਾ ਕਰੋ, ਕੀ ਕਾਰਜ ਲਈ, ਕਿਹੜੇ ਕੰਮ ਲਈ ਤੁਸੀਂ ਸਾਨੂੰ ਬੁਲਾਉਣਾ ਕੀਤਾ ਹੈ। ਬਚਪਨੇ ਨਾਨਕੀ ਐਸੇ। ਸੋ ਉਸ ਵਕਤ ਫਿਰ ਬੇਬੇ ਨਾਨਕੀ ਜੀ ਸੁਣ ਕਰਕੇ ਬਚਨ ਕਰਦੇ ਹਨ। ਤੁਮ ਜਾਣਤ ਸਭ ਵਿਦ ਜੈਸੇ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੁਸੀਂ ਤਾਂ ਸਾਰਾ ਕੁਝ ਜਾਣਦੇ ਹੋ, ਤੁਸੀਂ ਅੰਤਰਜਾਮੀ ਸਰੂਪ ਹੋ ਅੰਤਰਜਾਮੀ ਜਾਨੋ। ਆਪ ਜੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹੋ। ਬਿਨ ਬੋਲਤ ਸਭੈ ਪਛਾਨੋ। ਬਿਨਾਂ ਬੋਲਿਆਂ ਤੋਂ ਹੀ ਤੁਸੀਂ ਸਾਰਾ ਕੁਝ ਪਛਾਣ ਲੈਂਦੇ ਹੋ, ਸਾਰਾ ਕੁਝ ਜਾਣ ਲੈਂਦੇ ਹੋ। ਸੁਨ ਭਗਨੀ ਮੈਂ ਉਰ ਜਾਨੀ। ਸੋ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਚਨ ਕਰਦੇ ਨੇ, ਹੇ ਭੈਣ ਜੀ ਸੁਣੋ, ਸਾਡੇ ਮਨ ਵਿੱਚ ਇਸ ਤਰ੍ਹਾਂ ਆਉਂਦਾ ਹੈ। ਮੁਰ ਦੂਤੀ ਕਨੈ ਬਖਾਨੀ। ਕਿਸੇ ਨੇ ਇੱਥੇ ਆ ਕਰਕੇ ਸਾਡੀ ਚੁਗਲੀ ਕੀਤੀ ਹੋਣੀ ਹੈ ਆਗੇ ਹਮੈ ਸੰਦੇਹੋ। ਇਸ ਤਰ੍ਹਾਂ ਸਾਡੇ ਮਨ ਵਿੱਚ ਸੋ ਆਉਂਦੀ ਹੈ ਵਿਚਾਰ। ਸਭ ਲੇਖਾ ਅਬ ਕਰ ਲੇਹੋ। ਤੇ ਆਪਾਂ ਤਾਂ ਪਹਿਲਾਂ ਤੋਂ ਹੀ ਸੋਚਦੇ ਸੀ ਕਿ ਆਪਾਂ ਹੁਣ ਲੇਖਾ ਹਿਸਾਬ ਕਿਤਾਬ ਕਰਨਾ ਕਰੀਏ। ਬਹੁਤ ਦੇਰ ਭਈ ਬਿਨ ਲੇਖੇ। ਕਿਉਂ ਕਰਕੇ ਬਹੁਤਾ ਹੀ ਸਮਾਂ ਹੋ ਗਿਆ ਹੈ, ਬਹੁਤੀ ਹੀ ਦੇਰ ਹੋ ਗਈ ਹੈ, ਆਪਾਂ ਹਿਸਾਬ ਕਿਤਾਬ ਨਹੀਂ ਕੀਤਾ। ਸਾਡੇ ਮਨ ਵਿੱਚ ਇਸ ਤਰ੍ਹਾਂ ਆਉਂਦਾ ਸੀ। ਧਨ ਨਿਕਸਹਿ ਕਿਤਨੋ ਸ਼ੇਖੇ। ਅਤੇ ਆਪਾਂ ਇਸ ਤਰ੍ਹਾਂ ਫਿਰ ਹਿਸਾਬ ਕਿਤਾਬ ਕਰਕੇ ਸਾਡਾ ਵੀ ਫਿਰ ਪਤਾ ਲੱਗ ਜੂਗਾ, ਨਾਲੇ ਜਿਹੜੇ ਮਨ ਵਿੱਚ ਸ਼ੰਕੇ ਹਨ ਉਹ ਵੀ ਦੂਰ ਹੋ ਜਾਣਗੇ ਤੁਹਾਡੇ। ਮਿਟ ਜੈ ਹੈ ਮਨ ਸੰਦੇਹਾ। ਸੋ ਹੁਣੇ ਜਾ ਕਰਕੇ ਆਪਾਂ ਹਿਸਾਬ ਕਿਤਾਬ ਕਰੀਏ ਤਾਂ ਕਿ ਸਾਡੇ ਤੁਹਾਡੇ ਜਿਹੜੇ ਸ਼ੰਕੇ ਹੈ ਉਹ ਦੂਰ ਹੋ ਜਾਣਗੇ। ਇਉ ਪੂਰਬ ਹੀ ਮੁਝ ਪ੍ਰੇਹਾ। ਪਹਿਲਾਂ ਤੋਂ ਹੀ ਆਪਾਂ ਸੋਚਦੇ ਸੀ ਆਪਾਂ ਆ ਕਰਕੇ ਹਿਸਾਬ ਕਿਤਾਬ ਕਰਨਾ ਹੈ। ਸੁਨ ਭਗਨੀ ਦੇਤ ਦਲੇਸਾ। ਸੋ ਉਸ ਵਕਤ ਫਿਰ ਬੇਬੇ ਨਾਨਕੀ ਜੀ ਸੁਣ ਕਰਕੇ ਸੁਣ ਕਰਕੇ ਇਸ ਤਰ੍ਹਾਂ ਫਿਰ ਦਲੇਸੇ ਦਿੰਦੇ ਹਨ। ਨਹਿ ਕਉ ਭਰਾਤ ਅੰਦੇਸਾ। ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਭਰਾਤਾ ਜੀ ਸਾਡੇ ਮਨ ਵਿੱਚ ਕੋਈ ਸ਼ੰਕਾ ਨਹੀਂ ਹੈਗਾ, ਸਾਡੇ ਮਨ ਵਿੱਚ ਕੋਈ ਭਰਮ ਨਹੀਂ ਹੈਗਾ ਤੁਹਾਡੇ ਪ੍ਰਤੀ। ਸਭ ਲੇਖਾ ਲੈਣਾ ਦੇਣਾ। ਇਹ ਜਿਹੜਾ ਲੇਖਾ ਸੋ ਹਿਸਾਬ ਕਿਤਾਬ ਹੈ। ਨਿਤ ਚੱਲਿਓ ਜਾਤ ਘਟ ਹੈ ਨਾ। ਸੋ ਇਸ ਤਰ੍ਹਾਂ ਹੀ ਕੰਮਕਾਰ ਤੁਹਾਡਾ ਜਿਹੜਾ ਲੇਖਾ ਜੋਖਾ ਹੈ, ਸਾਡੇ ਇਹ ਨਹੀਂ ਹੈਗਾ ਵੀ ਤੁਹਾਡਾ ਘਟਿਆ ਹੋਇਆ ਜਾਂ ਵਧਿਆ ਹੋਇਆ ਹੈ। ਭੋ ਭਗਨੀ ਸਤ ਅਲਾਈ। ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਿਰ ਬਚਨ ਕਰਦੇ ਨੇ ਕਿ ਹੇ ਭੈਣ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਧਰ ਲੇਖਾ ਲਾਜ ਨਾ ਰਾਈ। ਪਰ ਸੋ ਲੇਖਾ ਹਿਸਾਬ ਕਿਤਾਬ ਕਰਕੇ ਕੋਈ ਮਾੜੀ ਗੱਲ ਤਾਂ ਨਹੀਂ ਹੈਗੀ, ਸ਼ਰਮ ਵਾਲੀ ਗੱਲ ਤਾਂ ਨਹੀਂ ਹੈਗੀ, ਆਪਾਂ ਲੇਖਾ ਕਰਾਂਗੇ। ਨਹਿ ਕਰੀਏ ਅਬ ਕਛ ਦੇਰਾ। ਹੁਣੇ ਹੀ ਜਾ ਕਰਕੇ ਆਪਾਂ ਲੇਖਾ ਜੋਖਾ ਕਰਦੇ ਹਾਂ, ਕੋਈ ਸਮਾਂ ਨਾ ਸੋ ਗੁਜ਼ਾਰੀ ਆਪਾਂ ਹੁਣੀ ਜਾ ਕਰਕੇ ਕਰੀਏ। ਸਭ ਲੇਖਾ ਲੈ ਹੁਣ ਬੇਰਾ। ਸਾਰਾ ਹੀ ਲੇਖਾ ਸੋ ਹਿਸਾਬ ਕਿਤਾਬ ਹੁਣੇ ਕਰਕੇ ਸਾਰਾ ਹੀ ਨਿਬੇੜ ਦਿੰਦੇ ਹਾਂ। ਮਨ ਸੰਸੈ ਜਾਹਿ ਨਿਵਾਰਾ। ਤਾਂ ਕਿ ਤੁਹਾਡੇ ਜਿਹੜੇ ਮਨ ਵਿੱਚ ਸ਼ੰਕੇ ਹਨ ਉਹ ਵੀ ਨਿਬੇੜ ਦੇਵਾਂਗੇ। ਹੋਇ ਦੂਤਨ ਕਾ ਮੁਖ ਕਾਰਾ। ਤੇ ਜਿਹੜੇ ਚੁਗਲੀ ਕਰਨ ਵਾਲੇ ਹਨ ਉਹਨਾਂ ਦੇ ਵੀ ਫਿਰ ਮੁਖ ਕਾਲੇ ਹੋ ਜਾਣਗੇ ਸੁਣ ਕੇ ਸਾਰਾ। ਸੁਨ ਭਗਨੀ ਬੈਨ ਉਚਾਰਾ। ਇਸ ਤਰ੍ਹਾਂ ਸੁਣ ਕਰਕੇ ਬੇਬੇ ਨਾਨਕੀ ਜੀ ਕਹਿਣ ਲੱਗੇ, ਜਿਉ ਉਪਜਿਓ ਹਿਰਦੇ ਵਿਚਾਰਾ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਜੋ ਵੀ ਤੁਹਾਡੇ ਹਿਰਦੇ ਵਿੱਚ ਵਿਚਾਰ ਆਉਂਦੀ ਹੈ, ਜੋ ਵੀ ਤੁਹਾਡੀ ਇੱਛਾ ਹੈ, ਮਨ ਜਾਣਹੁ ਕਰੀਏ ਸੋਈ। ਜੋ ਵੀ ਤੁਹਾਡੇ ਮਨ ਵਿੱਚ ਵਿਚਾਰ ਆਉਂਦੀ ਹੈ ਉਸ ਤਰ੍ਹਾਂ ਹੀ ਕਰਨਾ ਕਰੀਏ। ਜਿਉ ਹਿਰਦੇ ਹਰਖ ਤਬ ਹੋਈ। ਜਿਸ ਤਰ੍ਹਾਂ ਤੁਹਾਡੇ ਹਿਰਦੇ ਵਿੱਚ ਆਪ ਜੀ ਖੁਸ਼ ਪ੍ਰਸੰਨ ਹੋ, ਤੁਹਾਡੇ ਹੁਕਮ ਅਨੁਸਾਰ ਆਪਾਂ ਚੱਲਦੇ ਹਾਂ। ਲੈ ਸੰਗ ਚੱਲੇ ਜੈ ਰਾਮਾ। ਸੋ ਉਸੇ ਵਕਤ ਫਿਰ ਨਾਲ ਭਾਈ ਜੈ ਰਾਮ ਜੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ। ਜਹ ਦੌਲਤ ਖਾਂ ਕੋ ਧਾਮਾ। ਸੋ ਦੌਲਤ ਖਾਨ ਜੋ ਸੁਲਤਾਨਪੁਰ ਲੋਧੀ ਦਾ ਜੋ ਸੋ
ਰਾਜਾ ਸੀ ਉਹਦੇ ਘਰੇ ਜਾ ਕਰਕੇ ਫਿਰ ਸੋ ਹਿਸਾਬ ਕਿਤਾਬ ਕਰਨ ਗਏ। ਮਿਲ ਨਵੀ ਸਿੰਧ ਸੋ ਬੈਸੇ। ਤੇ ਉੱਥੇ ਜਾ ਕਰਕੇ ਫਿਰ ਜੋ ਮੋਸ਼ਨੀ ਸੀ ਉਹਦੇ ਜਾ ਕਰਕੇ ਹਿਸਾਬ ਕਿਤਾਬ ਕੀਤਾ। ਨਰ ਪ੍ਰਾਕਿਤ ਹੋਵਹਿ ਜੈਸੇ। ਅਤੇ ਉੱਥੇ ਜਾ ਕਰਕੇ ਸੋ ਇਸ ਤਰ੍ਹਾਂ ਫਿਰ ਜਿਹੜਾ ਸਾਰਾ ਹਿਸਾਬ ਕਿਤਾਬ ਸੀ ਉਹ ਮੋਸ਼ਨੀ ਤੋਂ ਸਾਰਾ ਲਿਖਾ ਦਿੱਤਾ ਹੈ। ਜੋ ਆਮਦ ਖਰਚ ਭਇਓ ਹੈ। ਸੋ ਜਿਸ ਤਰ੍ਹਾਂ ਉਹਨਾਂ ਨੇ ਸਾਰਾ ਖਰਚਾ ਕੀਤਾ ਸੀ ਉਹ ਲਿਖੀ ਗਿਆ। ਸਭ ਭਾਖ ਲਿਖਾਏ ਦਇਓ ਹੈ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਭ ਕੁਝ ਸੋ ਬਚਨ ਕਰੀ ਜਾਂਦੇ ਹਨ। ਜਿਸ ਤਰ੍ਹਾਂ ਉਹਨਾਂ ਨੇ ਖਰਚਾ ਕੀਤਾ ਉਹ ਲਿਖੀ ਜਾਂਦਾ ਹੈ। ਦੋਹਰਾ 3 ਮਹੀਨੇ ਅਰਧ ਪੁੰਨ। ਸੋ 3.5 ਮਹੀਨਿਆਂ ਦੇ ਜਿਹੜੇ ਖਰਚੇ ਹਨ ਉਹਨੇ ਲੇਖਕ ਲੇਖਾ ਕੀਨ। 3.5 ਮਹੀਨਿਆਂ ਦੇ ਜਿਹੜੇ ਖਰਚੇ ਸੀ ਉਹ ਸਾਰੇ ਲਿਖ ਦਿੱਤੇ। 1/7 ਰਜਤ ਪੰਨ। ਸੋ ਉਸ ਵਕਤ ਜਦੋਂ ਸਾਰਾ ਹਿਸਾਬ ਕਿਤਾਬ ਕਰ ਲਿਆ, ਸਾਰੇ ਸੋ ਲੇਖਾ ਕਰ ਲਿਆ, 135 ਰੁਪਏ ਦਾ ਵਾਧਾ ਹੋਇਆ। ਵਾਦੇ ਦਾਨੀ ਦੀਨ। ਸੋ ਗਰੀਬਾਂ ਨੂੰ ਜਿਹੜੇ ਦਾਨ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਫਿਰ 135 ਰੁਪਏ ਦਾ ਵਾਧਾ ਹੋਇਆ। ਹਾਕਲ ਛੰਦ ਕੀ ਕਮਲ ਨੈਣ ਜਬ ਲੇਖਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਉਹਨਾਂ ਦੇ ਨੇਤਰ ਕਮਲ ਰੂਪ ਹਨ ਉਹਨਾਂ ਨੇ ਇਸ ਤਰ੍ਹਾਂ ਫਿਰ ਲੇਖਾ ਕੀਤਾ। ਤਬ ਨਿਕਸਿਓ ਇਤਨਾ ਸੇਖਾ। ਅਤੇ ਇਸ ਤਰ੍ਹਾਂ ਫਿਰ 135 ਰੁਪਈਆਂ ਦਾ ਵਾਧਾ ਹੋਇਆ। ਜਦੋਂ ਸਾਰਾ ਲੇਖਾ ਹੋ ਗਿਆ, ਪ੍ਰੋਫਿਟ ਮਿਲਿਆ। ਜੈ ਰਾਮ ਹਿਰਦੈ ਤਿਹ ਕਾਲਾ। ਅਤੇ ਉਸੇ ਵਕਤ ਫਿਰ ਜਦੋਂ ਭਾਈ ਜੈ ਰਾਮ ਜੀ ਨੇ ਜੋ ਉਹਦੇ ਮਨ ਵਿੱਚ ਸ਼ੰਕੇ ਸੀ, ਭਰਮ ਸੀ, ਉਹਨੇ ਜਦੋਂ ਵੇਖਾ ਕੀਤਾ ਕਿ ਸਾਰਾ ਇਹ ਤਾਂ ਵਾਧਾ ਹੋਇਆ, ਉਹਦੇ ਹਿਰਦੇ ਵਿੱਚ ਇਸ ਤਰ੍ਹਾਂ ਹੋਣਾ ਕੀਤਾ। ਫਿਰ ਭੀ ਲੱਜਾ ਹਰਖ ਵਿਸਾਲਾ। ਸੋ ਨਾਲ ਫਿਰ ਥੋੜੀ ਜੀ ਸੋ ਸ਼ਰਮ ਮੰਨਦਾ ਸੀ, ਲੱਜਾ ਮੰਨਦਾ ਸੀ ਅਤੇ ਥੋੜਾ ਖੁਸ਼ ਵੀ ਹੋਇਆ ਆਪਦੇ ਹਿਰਦੇ ਵਿੱਚ। ਦੇਹ ਘਟੀ ਬਸੂਰਤ ਭੂਰਾ। ਆਪਦੇ ਮਨ ਵਿੱਚ ਸੋਚਦਾ ਸੀ ਕਿ ਮੈਂ ਤਾਂ ਕਿਸੇ ਦੀ ਚੁਗਲੀ ਸੁਣ ਕਰਕੇ ਭਰਮ ਗਿਆ ਸੀ। ਮੈਂ ਭਰਮਿਓ ਪਾਖੇ ਕੂਰਾ। ਕਿਸੇ ਦਾ ਝੂਠ ਸੁਣ ਕਰਕੇ ਮੇਰੇ ਮਨ ਵਿੱਚ ਬਹੁਤ ਹੀ ਭਰਮ ਸ਼ੰਕਾ ਆ ਗਿਆ ਸੀ। ਸ਼ਰਮ ਮੰਨਦਾ ਸੀ ਹੁਣ ਭਾਈ ਜੈ ਰਾਮ ਜੀ। ਰਲ ਆਏ ਧਾਮ ਚ ਰਾਮਾ। ਅਤੇ ਫਿਰ ਉਸ ਵਕਤ ਦੋਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਭਾਈ ਜੈ ਰਾਮ ਜੀ ਇਕੱਠੇ ਘਰੇ ਆ ਗਏ। ਭਾਈ ਜੈ ਰਾਮ ਜੀ ਦੇ ਘਰੇ ਮਚ ਬੈਠੇ ਸੇਵਕ ਸਾਮਾ। ਅਤੇ ਸੇਵਕਾਂ ਨੂੰ ਜੋ ਪਾਲਣਾ ਕਰਨ ਵਾਲੇ ਹਨ, ਆਸਰਾ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮੰਜੇ ਤੇ ਬਹਿ ਗਏ। ਧਮ ਭਗਨੀ ਬੂਝਤ ਐਸੇ। ਸੋ ਉਸ ਵਕਤ ਫਿਰ ਭੈਣ ਜੀ ਆ ਕਰਕੇ ਇਸ ਤਰ੍ਹਾਂ ਪੁੱਛਦੇ ਹਨ, ਬੇਬੇ ਨਾਨਕੀ ਜੀ ਕਹੋ ਲੇਖਾ ਨਿਭਰਿਓ ਕੈਸੇ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੁਸੀਂ ਜਾ ਕਰਕੇ ਲੇਖਾ ਕੀਤਾ ਹੈ, ਸਾਰਾ ਕੁਝ ਨਿਬੜ ਗਿਆ, ਦੱਸਣਾ ਕਰੋ। ਸੁਖ ਐਨਹਿ ਬੈਨ ਬਖਾਨੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸੁੱਖਾਂ ਦੇ ਘਰ ਫਿਰ ਬਚਨ ਕਹਿਣ ਲੱਗੇ। ਸੁਨ ਜੀਜਾ ਬਾਤ ਸੋ ਜਾਣੇ। ਇਹ ਬੇਬੇ ਨਾਨਕੀ ਜੀ ਭੈਣ ਜੀ ਸੋ ਭਾਈ ਜੈ ਰਾਮ ਜੀ ਜੀਜਾ ਜੀ ਵੀ ਉੱਥੇ ਨਾਲ ਸੀਗੇ, ਤੁਸੀਂ ਇਹਨਾਂ ਤੋਂ ਸਾਰੀ ਬਾਤ ਸੁਣ ਲਓ। ਇਹ ਲੀਜੈ ਮੋਦੀ ਖਾਨਾ। ਤੇ ਇਹ ਜਿਹੜਾ ਹੁਣ ਮੋਦੀ ਖਾਨਾ ਦਾ ਘਰ ਹੈ, ਅਬ ਹੋਏ ਨਾ ਮੋ ਗੁਜਰਾਨਾ। ਜਿਸ ਤਰ੍ਹਾਂ ਤੁਸੀਂ ਸਮਝਦੇ ਸੀ ਵੀ ਇਥੋਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਇਹ ਮੋਦੀ ਖਾਨੇ ਦਾ ਕੰਮ ਕਰ ਤੁਸੀਂ ਆਪ ਸੰਭਲੋ। ਹੁਣ ਕਰਤਾਰੰ ਮਮ ਕਰਤਾਰੰ। ਹੁਣ ਇਥੋਂ ਤਾਂ ਸਾਡੀ ਸਤ ਕਰਤਾਰੀ ਹੈ, ਸਤਿ ਸ੍ਰੀ ਅਕਾਲ ਹੈ, ਆਪਾਂ ਜਾਂਦੇ ਹਾਂ ਹੁਣ। ਨਿਜ ਕਾਰਜ ਲੇਹੁ ਸੰਭਾਰੰ। ਤੇ ਜਿਹੜਾ ਸਾਰਾ ਕੰਮ ਕਾਰਜ ਹੈ ਘਰ ਦਾ ਵੀ ਤੁਸੀਂ ਆਪ ਸੰਭਾਲ ਲਓ ਹੁਣ। ਚਲਬੇ ਕੀ ਕੀਨੀ ਤਿਆਰੀ। ਅਤੇ ਉਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜਾਣ ਲਈ ਤਿਆਰੀ ਫਿਰ ਖਿੱਚ ਲਈ ਸਤਿਗੁਰਾਂ ਨੇ। ਸ੍ਰੀ ਨਾਨਕ ਪਰ ਉਪਕਾਰੀ। ਪਰ ਅਸਲ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਪਰ ਉਪਕਾਰ ਕਰ ਰਹੇ ਹਨ, ਕਿਰਪਾ ਕਰ ਰਹੇ ਹਨ। ਪਰ ਉਪਕਾਰੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ। ਜੈ ਰਾਮ ਉਠਿਓ ਤਿਹ ਕਾਲਾ। ਉਸ ਵਕਤ ਫਿਰ ਭਾਈ ਜੈ ਰਾਮ ਜੀ ਸੋ ਉਸੇ ਹੀ ਵਕਤ ਉੱਠ ਖੜਿਆ। ਕਹਿ ਪਗ ਕਹਿ ਬਿਨੈਰ ਵਿਸਾਲਾ। ਅਤੇ ਬਹੁਤ ਹੀ ਨਿਮਰਤਾ ਵਿੱਚ ਆ ਕਰਕੇ ਹੱਥ ਜੋੜ ਕਰਕੇ ਬੇਨਤੀ ਕਰ ਰਿਹਾ ਸਤਿਗੁਰਾਂ ਨੂੰ।
ਘਰ ਭਗਨੀ ਰੁਦਨ ਅਲਾਵੈ। ਅਤੇ ਨਾਲ ਹੀ ਜੋ ਬੇਬੇ ਨਾਨਕੀ ਜੀ ਹੈ ਉਹ ਵੀ ਰੋਣ ਲੱਗ ਪਈ। ਕਿਉ ਭਰਾਤਾ ਕਿਉ ਬਨ ਆਵੈ। ਇਹ ਭਰਾਤਾ ਗੁਰੂ ਨਾਨਕ ਦੇਵ ਸਾਹਿਬ ਜੀ, ਇਸ ਤਰ੍ਹਾਂ ਤੁਸੀਂ ਮਨ ਕਿਵੇਂ ਬਣਾ ਲਿਆ? ਕਿਉਂ ਚੱਲੇ ਹੋ ਤੁਸੀਂ? ਮੁਝ ਮਾਰਹੁ ਤਉ ਕਿਤ ਜਾਵਹੁ। ਜਾਂ ਤਾਂ ਮੈਨੂੰ ਮਾਰ ਦੋ ਸਤਿਗੁਰੂ ਜੀ, ਜਾਂ ਤਾਂ ਫਿਰ ਇੱਥੇ ਹੀ ਰਵੋ। ਜੇ ਤੁਸੀਂ ਜਾਓਗੇ ਆਪਾਂ ਮਰ ਹੀ ਜਾਣਾ। ਜੋ ਰਹਿ ਹਉ ਮੋਹਿ ਜਿਆਵਹੁ। ਜੇ ਤੁਸੀਂ ਇੱਥੇ ਨਾਲ ਰਹੋਗੇ ਤਾਂ ਹੀ ਮੈਂ ਜਾਊਂਗੀ। ਤੁਮ ਮਿਰਦਲ ਸਰਲ ਸੁਭਾਉ। ਇਹ ਸਤਿਗੁਰੂ ਭਰਾਤਾ ਗੁਰੂ ਨਾਨਕ ਦੇਵ ਸਾਹਿਬ ਜੀ, ਤੁਸੀਂ ਬਹੁਤ ਹੀ ਕੋਮਲ ਸੁਭਾਅ ਵਾਲੇ ਹੋ। ਕਰ ਔਗਣ ਚਿਤ ਨਾ ਕਾਉ। ਅਤੇ ਸਾਡੇ ਚਿੱਤ ਵਿੱਚ ਬਹੁਤ ਹੀ ਔਗਣ ਹਨ, ਅਸੀਂ ਬਹੁਤ ਹੀ ਔਗਣਾਂ ਵਾਲੇ ਹਾਂ। ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਹਮ ਭੂਲਨ ਹਾਰ ਸਦਾਈ। ਆਪਾਂ ਸਦਾ ਵਾਸਤੇ ਭੁੱਲਣ ਹਾਰ ਹਾਂ। ਤੁਮ ਬਖਸ਼ੋ ਕਿਉ ਨਹਿ ਭਾਈ। ਅਤੇ ਆਪ ਜੀ ਤੁਸੀਂ ਬਖਸ਼ਣਹਾਰ ਹੋ, ਤੁਸੀਂ ਸਾਨੂੰ ਬਖਸ਼ ਦਿਓ। ਇਹ ਔਗਣ ਸਾਰੇ ਬਖਸ਼ ਦਿਓ। ਕਿਉਂ ਨਹੀਂ ਬਖਸ਼ਦੇ ਸਤਿਗੁਰੂ ਜੀ? ਦੋਹਰਾ ਕਮਲ ਨੈਣ ਮੁਖ ਬੈਨ ਕਹੈ। ਸੋ ਉਸ ਵਕਤ ਫਿਰ ਕਮਲ ਫੁੱਲ ਨੇਤਰ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਆਪਦੇ ਪਵਿੱਤਰ ਮੁਖ ਤੋਂ ਇਸ ਤਰ੍ਹਾਂ ਫਿਰ ਬਚਨ ਕਹਿਣ ਲੱਗੇ। ਸੁਨ ਜੀਜਾ ਜੈ ਰਾਮ। ਇਹ ਜੀਜਾ ਜੀ ਭਾਈ ਜੈ ਰਾਮ ਜੀ। ਪੁਨ ਘਾਟੋ ਜੇ ਆਵਈ। ਇਹ ਜੀਜਾ ਜੀ ਭਾਈ ਜੈ ਰਾਮ ਜੀ, ਜੇ ਇਹ ਕੰਮ ਕਾਰ ਕਰਦਿਆਂ ਹੋਇਆਂ ਸਾਡਾ ਘਾਟਾ ਹੋ ਜਾਵੇ। ਕਿਉਂ ਕਰ ਹੋ ਇਹ ਕਾਮ। ਜੇ ਇਹ ਕੰਮ ਕਾਰ ਕਰਦਿਆਂ ਹੁੰਦਿਆਂ ਆਪਾਂ ਇਹ ਸਾਡਾ ਘਾਟਾ ਹੋ ਜਾਵੇ, ਫਿਰ ਆਪਾਂ ਇਹ ਕੀ ਕੰਮ ਕਾਰ ਕਰਕੇ ਲੈਣਾ ਹੈ? ਤ੍ਰਿਭੰਗੀ ਛੰਦ ਜੈ ਰਾਮ ਬਖਾਨੀ ਸਬਨ ਬਾਨੀ। ਸੋ ਫਿਰ ਉਸ ਵਕਤ ਭਾਈ ਜੈ ਰਾਮ ਜੀ ਬਹੁਤੀ ਹੀ ਨਿਮਰਤਾ ਵਿੱਚ ਆ ਕਰਕੇ ਬੇਨਤੀਆਂ ਕਰਦਾ ਹੈ। ਨਹਿ ਮੈਂ ਜਾਨੀ ਸ਼ਕਤ ਸਬੈ। हे ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਮੈਂ ਤੁਹਾਡੀ ਸ਼ਕਤੀ ਨਹੀਂ ਜਾਣ ਸਕਿਆ। ਕਿੰਚਿਤ ਹਉ ਜਾਨੀ ਬਹੁ ਅਨਜਾਨੀ। ਪਹਿਲਾਂ ਮੈਂ ਬਹੁਤ ਹੀ ਅਣਜਾਣ ਸੀ, ਪਰ ਹੁਣ ਮੈਂ ਜਾਣ ਲਈ ਤੁਹਾਡੀ ਸ਼ਕਤੀ। ਬੇਨਤੀਆਂ ਕਰਦਾ ਹੈ ਵੀ ਰਵੋ। ਔਰ ਸਭ ਜਾਨੀ ਲਖੋ ਅਬੈ। ਪਹਿਲਾਂ ਨਹੀਂ ਜਾਣ ਸਕਿਆ, ਪਰ ਤੁਸੀਂ ਆਪਦੀ ਸ਼ਕਤੀ ਪ੍ਰਤੱਖ ਹੀ ਵਿਖਾਤੀ। ਹੁਣ ਮੈਂ ਤੁਹਾਡੀ ਸ਼ਕਤੀ ਜਾਣਦਾ ਹਾਂ ਸਤਿਗੁਰੂ ਜੀ। ਪਰਮੇਸ਼ਰ ਪੂਰਨ ਕਲਮਲ ਚੂਰਨ। हे ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਆਪ ਜੀ ਪੂਰਨ ਪਰਮੇਸ਼ਰ ਰੂਪ ਹੋ, ਕਲਮਲ ਚੂਰਨ। ਜੋ ਸਾਡੀ ਕਲਯੁਗ ਦੀ ਮੈਲ ਹੈ, ਜਿਹੜੇ ਸਾਡੇ ਪਾਪ ਹਨ, ਇਹ ਤੁਸੀਂ ਚੂਰਨ ਕਰਕੇ ਨਾਸ਼ ਕਰ ਦਿੰਦੇ ਹੋ। ਗੁਣ ਸੰਪੂਰਨ ਅਵਤਾਰੀ। ਅਤੇ ਸਮੂਹ ਗੁਣਾਂ ਦੇ ਤੁਸੀਂ ਸੰਪੂਰਨ ਹੋ, ਅਵਤਾਰੀ ਪੁਰਸ਼ੋਂ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ। ਮੁਝ ਬਖਸ਼ ਗੁਨਾਹੂ ਸੁਨ ਕਰ ਕਾਹੂ। हे ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਸੁਣੋ, ਜਿਹੜੇ ਸਾਡੇ ਗੁਨਾਹ ਹਨ ਤੁਸੀਂ ਬਖਸ਼ ਦਵੋ। ਗੁਰ ਭਰਮਾਹੂ ਦੁਖ ਟਾਰੀ। ਤੁਸੀਂ ਭਰਮਾਂ ਨੂੰ ਦੂਰ ਕਰਨ ਵਾਲੇ ਹੋ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ। ਕਿਰਪਾ ਕਰੋ ਸਤਿਗੁਰੂ ਜੀ। ਪੁਨ ਸੁਸਾ ਅਲਾਈ ਸੁਨ ਸੁਖਦਾਈ। ਤੇ ਫਿਰ ਉਸ ਵਕਤ ਬੇਬੇ ਨਾਨਕੀ ਜੀ ਬਚਨ ਕਰਨ ਲੱਗੀ, ਕਹਿਣ ਲੱਗੀ, हे ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਤੁਸੀਂ ਸੁਣੋ ਸੁੱਖਾਂ ਦੇ ਦਾਤੇ। ਜੇ ਘਟ ਜਾਈ ਦਰਬ ਕਬੈ। ਜੇ ਕਦੇ ਵੀ ਤੁਹਾਡਾ ਕੰਮ ਕਾਰ ਕਰਦਿਆਂ ਹੋਇਆ ਜੋ ਸੋ ਪੈਸਾ ਹੈ ਉਹ ਘਟ ਜਾਵੇ। ਜਹ ਕਹਤੇ ਲਿਆਈ ਦਿਓ ਪਰਾਈ। ਜੇ ਕਦੇ ਘਟ ਜਾਵੇ, ਜਿੱਥੋਂ ਜਿੱਥੋਂ ਮੈਂ ਲਿਆਵਾਂ ਮੈਂ ਉਹ ਲਿਆ ਕਰਕੇ ਤੁਹਾਡੇ ਪੂਰੇ ਕਰ ਦੂੰਗੀ। ਨਹਿ ਤੁਮ ਗਮਨੋ ਰਹੋ ਅਬੈ। हे ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਕਿਰਪਾ ਕਰੋ, ਤੁਸੀਂ ਜਾਓ ਨਾ, ਇੱਥੇ ਸਾਡੇ ਕੋਲ ਹੀ ਰਵੋ। ਹਮ ਫੇਰ ਨ ਕਹਿ ਤੂਸ਼ਨ ਰਹਿ। ਹੁਣ ਤੋਂ ਆਪਾਂ ਕੁਝ ਨਹੀਂ ਕਵਾਂਗੇ ਤੁਹਾਨੂੰ, ਆਪਾਂ ਚੁੱਪ ਹੀ ਰਵਾਂਗੇ। ਸਭ ਸੁਖ ਲਹਿ ਪਾਸ ਰਹੇ। ਜਦੋਂ ਤੁਸੀਂ ਸਾਡੇ ਨਾਲ ਰਹਿੰਦੇ ਹੋ, ਜਦੋਂ ਤੋਂ ਆਪਾਂ ਸੁਖ ਹੀ ਸੁਖ ਪ੍ਰਾਪਤ ਕੀਤਾ ਹੈ। ਆਪਾਂ ਸੁਖੀ ਹਾਂ, ਤੁਸੀਂ ਇੱਥੇ ਨਾਲ ਰਹਿਣਾ ਕਰੋ। ਮਨ ਰੋਸ ਨਿਵਾਰੋ ਕਰੁਣਾ ਧਾਰੋ। ਇਹ ਸਤਿਗੁਰੂ ਜੀ, ਆਪ ਜੀ ਕਿਰਪਾ ਕਰੋ, ਆਪਦੇ ਮਨ ਵਿੱਚ ਇਹ ਰੋਸ ਨਾ ਧਾਰਨ ਕਰੋ, ਇਹ ਦੂਰ ਕਰ ਦਿਓ ਰੋਸ। ਬਿਰਹ ਨ ਡਾਰੋ ਪੰਥ ਗਹੇ। ਇਸ ਤਰ੍ਹਾਂ ਜਾ ਕਰਕੇ ਇਸ ਤਰ੍ਹਾਂ ਸਾਡੇ ਵਿੱਚ ਵਿਛੋੜਾ ਨਾ ਪਾਉਣਾ ਕਰੋ। ਕਿਰਪਾ ਕਰੋ ਸਤਿਗੁਰੂ ਜੀ। ਹਉ ਨਿਕਟ ਬਖਾਨੀ ਇਹ ਬਰਬਾਨੀ। ਸੋ ਉਸ ਵਕਤ ਫਿਰ ਭਾਈ ਬਾਲਾ ਜੀ ਨਾਲ ਖੜਿਆ ਹੋਇਆ ਹੈ, ਸਾਰਾ ਕੁਝ ਵੇਖ ਰਿਹਾ ਹੈ। ਉਹਨੇ ਫਿਰ ਇਸ ਤਰ੍ਹਾਂ ਕਥਾ ਸੁਣਾ ਕਰਕੇ ਬਚਨ ਕਰ ਰਿਹਾ। ਫਿਰ ਮੈਂ ਬੋਲਿਆ, ਨਾਨਕ ਸਾਨੀ ਅਵਰ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਰਾਬਰ ਕੋਈ ਨਹੀਂ ਹੈਗਾ। ਜੋ ਰਗਵਰ ਕ੍ਰਿਸ਼ਨਾ ਧਨ ਧਨ ਬਿਸ਼ਨਾ। ਭਾਵੇਂ ਰਾਮਚੰਦਰ ਹੋਵੇ, ਭਾਵੇਂ ਕ੍ਰਿਸ਼ਨ ਹੋਵੇ, ਵਿਸ਼ਨੂੰ ਹੋਵੇ,
ਕੋਈ ਸਤਿਗੁਰਾਂ ਦੇ ਬਰਾਬਰ ਨਹੀਂ ਹੈਗਾ। ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹਨ ਉਹ। ਹੈ ਪਤ ਜਿਸ਼ਨਾ ਰੂਪ ਸਹੀ। ਭਾਵੇਂ ਇੰਦਰਾਂ ਦੇ ਰਾਜੇ ਹੋਣ, ਕੋਈ ਸਤਿਗੁਰਾਂ ਦੇ ਬਰਾਬਰ ਨਹੀਂ ਹੈਗਾ। ਇਹ ਅਕਾਲ ਪੁਰਖ ਵਾਹਿਗੁਰੂ ਦੇ ਆਪ ਪ੍ਰਤੱਖ ਸਰੂਪ ਹਨ। ਯੁਗ ਪਦ ਅਰਬਿੰਦਾ ਆਨੰਦ ਕੰਦਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਪਾਵਨ ਪਵਿੱਤਰ ਚਰਨ ਕਮਲ ਹਨ, ਉਹ ਆਨੰਦ ਦੇ ਬਦਲ ਹਨ। ਸੁਖਦ ਮੁਕੰਦਾ ਅਗਟਾਰੀ। ਸੁੱਖਾਂ ਨੂੰ ਦੇਣ ਵਾਲੇ ਹਨ, ਮੁਕਤੀ ਦਾਤੇ ਹਨ ਅਤੇ ਸਾਡੇ ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ ਸਤਿਗੁਰੂ ਜੀ। ਜਨ ਕਰੁਣਾ ਕਰ ਸਭ ਜਗ ਠਾਕੁਰ। ਕਿਰਪਾ ਦੇ ਖਜ਼ਾਨੇ ਹਨ ਅਤੇ ਇਹ ਜਗਤ ਦੇ ਠਾਕੁਰ ਮਾਲਕ ਹਨ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ। ਗਿਆਨ ਦਿਵਾਕਰ ਭੁਜ ਭਾਰੀ। ਅਤੇ ਗਿਆਨ ਦੇ ਸੂਰਜ ਹਨ ਅਤੇ ਇਸੇ ਤਰ੍ਹਾਂ ਸਾਰੇ ਸੰਸਾਰ ਤੇ ਕਿਰਪਾ ਕਰਦੇ ਹਨ। ਦੋਹਰਾ ਸ੍ਰੀ ਅੰਗਦ ਜੀ ਸਨਹੁ ਮੈਂ। ਸੋ ਇਸ ਤਰ੍ਹਾਂ ਫਿਰ ਭਾਈ ਬਾਲਾ ਜੀ ਕਥਾ ਸੁਣਾ ਰਿਹਾ ਹੈ। ਕਹਿਣ ਲੱਗੇ, ਹੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਸੁਣੋ। ਇਮ ਤਬ ਕਹਿ ਕਰ ਬੰਦ। ਉਸ ਵਕਤ ਫਿਰ ਮੈਂ ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਇਸ ਤਰ੍ਹਾਂ। ਬਹੁਰ ਬਚਨ ਉਚਰੇ ਗ੍ਰੋਚਰ। ਮੈਂ ਇਸ ਤਰ੍ਹਾਂ ਦੇ ਫਿਰ ਬਚਨ ਉਚਾਰੇ ਸਤਿਗੁਰਾਂ ਨੂੰ ਬੇਨਤੀ ਕੀਤੀ। ਕਰਨ ਰੋਸ ਹਿਤ ਮੰਦ। ਇਸ ਤਰ੍ਹਾਂ ਦੀ ਬੇਨਤੀ ਕੀਤੀ ਵੀ ਸਤਿਗੁਰਾਂ ਦੇ ਜਿਹੜੇ ਮਨ ਵਿੱਚ ਰੋਸ ਸੀ ਉਹ ਭਾਵੇਂ ਚਲ ਜਾਵੇ। ਮੈਂ ਇਸ ਤਰ੍ਹਾਂ ਦੀ ਬੇਨਤੀ ਕੀਤੀ। ਕੁੰਡਲੀਆ ਛੰਦ ਸੁਸਾ ਸੁਸਾਪਤ ਦੀਨ ਹੋਇ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸੋ ਹੁਣ ਤੁਹਾਡੇ ਭੈਣ ਜੀ ਬੇਬੇ ਨਾਨਕੀ ਜੀ ਅਤੇ ਤੁਹਾਡੇ ਜੀਜਾ ਜੀ ਭਾਈ ਜੈ ਰਾਮ ਜੀ ਅਧੀਨ ਹੋ ਗਏ ਹਨ, ਤੁਹਾਨੂੰ ਬੇਨਤੀਆਂ ਕਰਦੇ ਹਨ। ਬਿਨੈ ਭਨਤ ਬਹੁ ਬਾਰ। ਇਹ ਸਤਿਗੁਰੂ ਜੀ ਬਹੁਤ ਹੀ ਪ੍ਰੇਮ ਵਿੱਚ ਆ ਕਰਕੇ ਦੋਵੇਂ ਤੁਹਾਡੇ ਹੱਥ ਜੋੜ ਕਰਕੇ ਬੇਨਤੀਆਂ ਕਰ ਰਹੇ ਹਨ। ਪਗ ਪਕੜਤ ਮਮ ਪ੍ਰੇਮ ਧਰ। ਦੋਵੇਂ ਹੱਥ ਜੋੜ ਕਰਕੇ ਹਿਰਦੇ ਵਿੱਚ ਪ੍ਰੇਮ ਨਿਮਰਤਾ ਲਿਆ ਕਰਕੇ ਬੇਨਤੀਆਂ ਕਰਦੇ ਹਨ ਸਤਿਗੁਰੂ ਜੀ। ਰਹੀਏ ਜੀਜਾ ਗਾਰ। ਬੇਨਤੀ ਹੈ ਸਤਿਗੁਰੂ ਜੀ, ਆਪਾਂ ਇੱਥੇ ਹੀ ਜੀਜਾ ਦੇ ਘਰੇ ਹੀ ਰਹਿਣਾ ਕਰੀਏ, ਆਪਾਂ ਜਾਈਏ ਨਾ। ਰਹੀਏ ਜੀਜਾ ਕਾਰ ਬਚਨ ਪੁਨ। ਸੋ ਇਸ ਤਰ੍ਹਾਂ ਬਚਨ ਕੀਤੇ ਵੀ ਆਪਾਂ ਇੱਥੇ ਰਹਿਣਾ ਕਰੀਏ। ਪੁਨ ਪੁਨ ਨਹਿ ਫੇਰੋ। ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਇਸ ਤਰ੍ਹਾਂ ਪੁਨ ਪੁਨ ਨਹਿ ਫੇਰੋ। ਇਸ ਤਰ੍ਹਾਂ ਵਾਰੀ ਵਾਰੀ ਇਹਨਾਂ ਤੋਂ ਬੇਨਤੀਆਂ ਨਾ ਕਰਾਈਏ ਆਪਾਂ। ਦਇਆ ਆਇਨ ਸੁਖ ਦੇਨ ਪਰਮ ਪ੍ਰੇਮੀ ਇਨ ਹੇਰੋ। ਆਪ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਦਇਆ ਦੇ ਘਰ ਹੋ, ਸੁੱਖਾਂ ਦੇ ਦਾਤੇ ਹੋ। ਤੇ ਜਿਹੜੇ ਭਾਈ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਇਸ ਤਰ੍ਹਾਂ ਬੜੇ ਪ੍ਰੇਮ ਵਿੱਚ ਆ ਕਰਕੇ ਬੇਨਤੀਆਂ ਕਰਦੇ ਹਨ। ਆਪ ਜੀ ਸੁਣੋ। ਵਟਿයਨ ਕੇ ਮਨ ਕ੍ਰੋਧ ਜੋ ਪਾਵਕ ਸਰਸ ਉਦੋਤ ਕਰਤ। ਸੋ ਭਾਈ ਬਾਲਾ ਜੀ ਸਮਝਾ ਸੋ ਬੇਨਤੀ ਕਰ ਰਿਹਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ। ਸਤਿਗੁਰੂ ਜੀ, ਜਦੋਂ ਵੱਡਿਆਂ ਦੇ ਮਨ ਵਿੱਚ ਕ੍ਰੋਧ ਆ ਜਾਂਦਾ ਹੈ ਤੇ ਉਹ ਬਹੁਤ ਹੀ ਫਿਰ ਪ੍ਰਗਟ ਹੋ ਜਾਂਦਾ ਹੈ। ਕਰਤ ਬੇਨਤੀ ਬੰਦਨਾ। ਸੋ ਇਸ ਤਰ੍ਹਾਂ ਫਿਰ ਭਾਈ ਬਾਲਾ ਜੀ ਸੋ ਬੇਨਤੀ ਕਰ ਰਿਹਾ ਹੈ ਸਤਿਗੁਰੂ ਜੀ, ਜਦੋਂ ਬਜ਼ੁਰਗ ਦੇ ਮਨ ਵਿੱਚ ਕ੍ਰੋਧ ਆ ਜਾਂਦਾ ਹੈ ਤੇ ਇਸ ਤਰ੍ਹਾਂ ਪ੍ਰਗਟ ਹੋ ਜਾਂਦਾ ਹੈ। ਸੋ ਜਦੋਂ ਕੋਈ ਬੇਨਤੀ ਕਰਦਾ ਦੋਵੇਂ ਹੱਥ ਜੋੜ ਕਰਕੇ ਉਹਨਾਂ ਦੇ ਚਰਨ ਫੜਦਾ ਹੈ, ਬੰਦਨਾ ਕਰਦਾ ਹੈ। ਬਾਰ ਬੁਝਾਵਨ ਹੋਤ। ਜਿਸ ਤਰ੍ਹਾਂ ਅੱਗ ਵਿੱਚ ਜੇ ਤੁਸੀਂ ਪਾਣੀ ਪਾ ਦੋ, ਇਸ ਤਰ੍ਹਾਂ ਬੇਨਤੀ ਜਦੋਂ ਤੁਸੀਂ ਚਰਨ ਫੜਦੇ ਹੋ, ਇਸ ਤਰ੍ਹਾਂ ਸਾਰਾ ਰੋਸ ਗੁੱਸਾ ਚਲ ਜਾਂਦਾ ਹੈ ਮਨ ਵਿੱਚੋਂ। ਕਮਲ ਨੈਣ ਸੁਨ ਬੈਨ ਮਮ। ਉਸ ਵਕਤ ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਹੀ ਆਪਦੇ ਹੁਕਮ ਦੀ ਖੇਡ ਖੇਡ ਰਹੇ ਹਨ। ਭਾਈ ਬਾਲਾ ਜੀ ਫਿਰ ਬੇਨਤੀ ਕਰਦਾ ਹੈ ਸਤਿਗੁਰੂ ਜੀ, ਕਮਲ ਨੇਤਰ ਵਾਲੇ ਰੂਪ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਦੇ ਹਨ। ਹੋਇ ਗਏ ਪਰਮ ਕਿਰਪਾਲ। ਦਿਆਲੂ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਚਨ ਕਰਦੇ ਹਨ। ਬਾਣੀ ਸਾਨੀ ਹੇਤ ਜਨ। ਇਸ ਤਰ੍ਹਾਂ ਬਹੁਤ ਹੀ ਸੁੰਦਰ ਜੋ ਰਸ ਭਰੇ ਬਚਨ ਕਰਦੇ ਹਨ ਸਤਿਗੁਰੂ ਜੀ। ਬੋਲੇ ਸੁਖ ਦਰਸਾਲ। ਬਹੁਤ ਹੀ ਰਸ ਭਰੇ ਸੁਖ ਦੇਣ ਵਾਲੇ ਬਚਨ ਸਤਿਗੁਰਾਂ ਨੇ ਕਹਿਣਾ ਕੀਤੇ। ਬੋਲੇ ਸੁਖ ਦਰਸਾਲ ਭਨਿਓ। ਸੋ ਇਸੇ ਤਰ੍ਹਾਂ ਫਿਰ ਬਚਨ ਕਰਦੇ ਹਨ ਸਤਿਗੁਰੂ ਜੀ। ਬਾਲੇ ਬਚ ਤੇਰਾ। ਇਹ ਪਾਏ ਬਾਲਿਆ, ਜੋ ਤੇਰਾ ਬਚਨ ਹੈ ਕਬਹਿ ਨ ਹੋਰ ਹੋਤਾਹੇ। ਜਿਹੜਾ ਤੇਰਾ ਬਚਨ ਹੈ ਭਾਈ ਬਾਲਿਆ, ਆਪਾਂ ਕਦੇ ਨਹੀਂ ਮੋੜਾਂਗੇ। ਲਖ ਹੋ ਇਸ ਬਿਦ ਮਤ ਮੇਰਾ। ਤੂੰ ਇਹ ਸਤੋਂ ਜਾਣ ਲੈ ਭਾਈ ਬਾਲਿਆ, ਜਿਹੜਾ ਵੀ ਤੇਰਾ ਬਚਨ ਹੈ ਆਪਾਂ ਕਦੇ ਨਹੀਂ ਮੋੜਾਂਗੇ। ਅਸ ਕਹਿ ਸਥਿਤ ਪੁਨ ਕਰੀ। ਇਸ ਤਰ੍ਹਾਂ ਦਿਆਲੂ ਕਿਰਪਾਲੂ ਪਰਉਪਕਾਰੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਰਕੇ
ਉੱਥੇ ਹੀ ਸਥਿਤ ਸੋ ਟਿਕ ਗਏ। ਦੀਨਾਨਾਥ ਦਇਆਲ ਗਰੀਬਾਂ ਦੇ ਮਾਲਕ ਦਿਆਲੂ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਉੱਥੇ ਹੀ ਫਿਰ ਭਾਈ ਜੈ ਰਾਮ ਜੀ ਦੇ ਘਰੇ ਰਹਿ ਗਏ। ਦੇਖੇ ਦਰਸ਼ਨ ਦੁਖਦ ਹੈ, ਅਤੇ ਇਸ ਤਰ੍ਹਾਂ ਉਹਨਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਨਾਸ ਹੁੰਦੇ ਹਨ। ਜਨ ਦਾਤਾ ਜੋ ਵਿਸਾਲ ਸੋ ਸੰਸਾਰ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਤਿਗੁਰੂ ਜੀ। ਦੋਹਰਾ ਦੰਪਤ ਮੁਝ ਸੋ ਭਾਖਹੀ। ਸੋ ਫਿਰ ਉਸ ਵਕਤ ਭਾਈ ਬਾਲਾ ਜੀ ਕਥਾ ਵਿੱਚ ਸੁਣਾ ਰਿਹਾ ਹੈ ਕਿ ਭਾਈ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਫਿਰ ਬਹੁਤ ਹੀ ਪ੍ਰੇਮ ਵਿੱਚ ਆ ਗਏ ਸੀ। ਧਰ ਕੈ ਅਦਕ ਸਨੇਹੋ ਅਤੇ ਫਿਰ ਮੈਨੂੰ ਵੀ ਬਹੁਤ ਹੀ ਪ੍ਰੇਮ ਪਿਆਰ ਨਾਲ ਬੁਲਾਉਂਦੇ ਸੀ। ਆਜ ਭਰਾਤ ਦੀਨੋ ਨਯੋ। ਕਹਿਣ ਲੱਗੇ ਭਾਈ ਬਾਲੇ ਨੂੰ ਕਿ ਹੇ ਭਾਈ ਬਾਲਿਆ ਤੂੰ ਸਾਡਾ ਇੱਕ ਭਰਾਤਾ ਹੀ ਬਣ ਗਿਆ ਹੈ, ਇੱਕ ਨਵਾਂ ਹੀ ਰਿਸ਼ਤਾ ਭਰਾ ਹੀ ਬਣ ਗਿਆ ਤੂੰ ਸਾਡਾ। ਧਨ ਧਨ ਬੁੱਧ ਗੇ ਹੋ ਅਤੇ ਤੇਰੀ ਜਿਹੜੀ ਬੁੱਧੀ ਹੈ ਧਨਤਾ ਦੇ ਯੋਗ ਹਾਂ ਤੂੰ ਬਹੁਤ ਧਨ ਧਨ ਹੈ ਤੂੰ। ਸੇਵਾ ਨਿਸਬਾਸੁਰ ਕਰਤ ਇਹ ਭਾਈ ਬਾਲਿਆ ਤੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਦਿਨ ਰਾਤ ਕਰਦਾ ਹਾਂ। ਯਾ ਤੇ ਕਰਨਾ ਭੂਰ ਤਾਂ ਹੀ ਕਰਕੇ ਉਹਨਾਂ ਨੇ ਬਹੁਤ ਹੀ ਕਿਰਪਾ ਕੀਤੀ ਹੈ ਤੇਰੇ ਤੇ। ਸ਼ਰਧਾ ਤੁਮਰੇ ਉਰਦਈ ਅਤੇ ਤਾਂ ਹੀ ਕਰਕੇ ਤੇਰੇ ਮਨ ਵਿੱਚ ਸ਼ਰਧਾ ਪਾ ਦਿੱਤੀ ਹੈ। ਸਾਧ ਸੰਗਤ ਜੀ ਤਾਂ ਸ਼ੁਰੂ ਵਿੱਚ ਕਿਹਾ ਸੀ ਬਿਨ ਗੁਰ ਪ੍ਰੇਮ ਨਾ ਪਾਈ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਭਾਈ ਬਾਲੇ ਨੇ ਸਤਿਗੁਰਾਂ ਨੂੰ ਗੁਰੂ ਧਾਰਨ ਕੀਤਾ ਹੋਇਆ ਸੀ, ਤਾਂ ਹੀ ਕਰਕੇ ਉਹਦੇ ਮਨ ਵਿੱਚ ਸ਼ਰਧਾ ਪਾ ਦਿੱਤੀ, ਕਿਰਪਾ ਕਰ ਦਿੱਤੀ ਉਹਦੇ ਤੇ। ਇਸੇ ਤਰ੍ਹਾਂ ਬਿਨ ਗੁਰ ਪ੍ਰੇਮ ਨਾ ਪਾਈਏ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਧਾਰਨ ਕਰੀਏ ਤਾਂ ਕਿ ਉਹ ਕਿਰਪਾ ਪ੍ਰੇਮ ਰੂਪੀ ਕਿਰਪਾ ਦਿੰਦੇ ਹਨ। ਭਇਓ ਭਰਮ ਮਨ ਦੂਰ ਅਤੇ ਸਾਰੇ ਭਾਈ ਬਾਲੇ ਦੇ ਜਿਹੜੇ ਭਰਮ ਹਨ ਉਹ ਸਾਰੇ ਦੂਰ ਕਰ ਦਿੱਤੇ। ਸੋਰਠਾ ਹਰਖਤ ਸਭ ਸੁਖ ਪਾਏ ਅਤੇ ਉਸ ਵਕਤ ਬਹੁਤ ਸਾਰੇ ਹੀ ਖੁਸ਼ ਹੋ ਗਏ, ਪ੍ਰਸੰਨ ਹੋ ਗਏ ਹਿਰਦੇ ਵਿੱਚ। ਸ੍ਰੀ ਨਾਨਕ ਆਪਨ ਚੱਲੇ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਿਰ ਮੋਦੀ ਖਾਨੇ ਦੇ ਕਾਰ ਤੇ ਚਲੇ ਗਏ। ਮੰਦ ਮੰਦ ਗਤ ਜਾਏ ਅਤੇ ਇਸੇ ਤਰ੍ਹਾਂ ਹੌਲੀ ਹੌਲੀ ਚਰਨ ਰੱਖਦੇ ਹੋਏ ਤੁਰੀ ਜਾ ਰਹੇ ਹਨ ਸਤਿਗੁਰੂ ਜੀ ਮੁਕਤੀ ਦਾਤੇ। ਕਵ ਜਾਵਤ ਬਲਹਾਰਨੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆਪਾਂ ਬਲਹਾਰ ਜਾਂਦੇ ਹਾਂ। ਲੇਖੇ ਤੇ ਜੋ ਸੁਏਖ ਤੇ ਇਸੇ ਤਰ੍ਹਾਂ ਜਿਹੜਾ ਲੇਖੇ ਵਿੱਚ ਵਾਧਾ ਹੋਇਆ ਸੀ 135 ਰੁਪਏ। ਦੀਨੋ ਦੌਲਤ ਖਾਨ ਧਨ ਜਿਹੜਾ ਦੌਲਤ ਖਾਨ ਸੀ ਰਾਜਾ ਸੁਲਤਾਨਪੁਰ ਲੋਧੀ ਦਾ, ਉਹ ਜਿਹੜੇ ਵਾਧਾ ਹੋਇਆ ਸੀ 135 ਰੁਪਏ ਧਨ ਦਾ ਉਹਨੇ ਸਤਿਗੁਰਾਂ ਨੂੰ ਦੇ ਦਿੱਤੇ। ਹਰਖਿਓ ਹਿਰਦੇ ਵਿਸ਼ੇਖ ਸਾਰੇ ਹੀ ਬਹੁਤ ਹੀ ਪ੍ਰਸੰਨ ਖੁਸ਼ ਹੋਏ ਹਨ ਹਿਰਦੇ ਵਿੱਚ। ਦਇ 17 ਸੈ ਅਦਕ ਅਤੇ ਨਾਲ ਹੀ ਦੌਲਤ ਖਾਨ ਨੇ 1700 ਰੁਪਏ ਹੋਰ ਦੇ ਦਿੱਤੇ ਮੋਦੀ ਖਾਨੇ ਦਾ ਕਾਰ ਜ਼ਿਆਦਾ ਵਧਾਉਣ ਵਾਸਤੇ। ਹਿੰਦ ਤੁਰਕ ਬਹੁ ਆਏ ਅਤੇ ਸਾਰੇ ਹੀ ਸ਼ਹਿਰ ਦੇ ਜੋ ਹਿੰਦੂ ਹਨ, ਤੁਰਕ ਹਨ, ਮੁਸਲਮਾਨ ਹਨ, ਸਾਰੇ ਹੀ ਆਉਂਦੇ ਹਨ ਪ੍ਰੇਮ ਨਾਲ। ਦੇਤ ਵਧਾਈ ਮਿਲ ਸਭੈ ਸਤਿਗੁਰਾਂ ਨੂੰ ਆ ਕਰਕੇ ਬਹੁਤ ਹੀ ਪ੍ਰੇਮ ਨਾਲ ਵਧਾਈ ਦਿੰਦੇ ਹਨ। ਭਾਖ ਹੈ ਬਹੁਰ ਸੁਨਾਏ ਅਤੇ ਕਈ ਆ ਕਰਕੇ ਇਸ ਤਰ੍ਹਾਂ ਬਚਨ ਸੁਣਾਉਂਦੇ ਹਨ। ਹਮ ਹੈ ਸੁਨਿਓ ਕ੍ਰਿਤ ਤਜ ਦਈ ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਆਪਾਂ ਸੁਣਿਆ ਸੀ ਕਿ ਤੁਸੀਂ ਇਹ ਜਿਹੜਾ ਕਾਰ ਹੈ ਮੋਦੀ ਖਾਨੇ ਦਾ ਅਸੀਂ ਸੁਣਿਆ ਸੀ ਕਿ ਤੁਸੀਂ ਛੱਡ ਦਿੱਤਾ। ਦੋਹਰਾ ਅਤਕ ਕੀਨ ਅਫਸੋਸ ਹਮ ਇਸ ਤਰ੍ਹਾਂ ਫਿਰ ਬਚਨ ਆ ਕਰਕੇ ਲੋਕ ਕਰਦੇ ਹਨ ਕਿ ਸਤਿਗੁਰੂ ਜੀ ਆਪਾਂ ਸੁਣਿਆ ਸੀ ਕਿ ਤੁਸੀਂ ਇਹ ਕਾਮਕਾਰ ਸਾਰਾ ਛੱਡ ਦਿੱਤਾ। ਆਪਾਂ ਬਹੁਤ ਹੀ ਦੁਖੀ ਹੋ ਗਏ ਸੀ, ਮਨ ਵਿੱਚ ਅਫਸੋਸ ਵਾਲੀ ਗੱਲ ਸੀ। ਤੁਮ ਉਪਕਾਰ ਸਰੀਰ ਕਿਉਂ ਕਰਕੇ ਤੁਸੀਂ ਪਰਉਪਕਾਰੀ ਹੋ, ਤੁਸੀਂ ਪਰਉਪਕਾਰੀ ਦੇ ਰੂਪ ਹੋ। ਕ੍ਰਿਤ ਲੀਨੀ ਹਰਖੇ ਸੁਨਤ ਪਰ ਜਦੋਂ ਆਪਾਂ ਸੁਣਿਆ ਸੀ ਵੀ ਤੁਸੀਂ ਕੰਮਕਾਰ ਫੇਰ ਸ਼ੁਰੂ ਕਰ ਦਿੱਤਾ, ਆਪਾਂ ਬਹੁਤ ਹੀ ਹਰਖੇ ਖੁਸ਼ ਪ੍ਰਸੰਨ ਹੋਏ ਹਾਂ। ਵਧੀਏ ਗੁਨੀ ਗਹੀਰ ਬਹੁਤ ਹੀ ਖੁਸ਼ ਪ੍ਰਸੰਨ ਹੋ ਕਰਕੇ ਆਪਾਂ ਸੋਚਿਆ ਵੀ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ ਬਹੁਤ ਹੀ ਵਧੀਆ ਗੱਲ ਹੈ। ਜਥਾ ਉਚਿਤ ਸਨਮਾਨ ਕੈ ਇਸ ਤਰ੍ਹਾਂ ਸਾਰੇ ਬਹੁਤ ਹੀ ਮਹਿਮਾ ਕਰ ਰਹੇ ਹਨ ਸਤਿਗੁਰਾਂ ਦੀ। ਵਿਦਾ ਕੀਨ ਗੁਣ ਐਨ ਗੁਣਾਂ ਦੇ ਖਜ਼ਾਨੇ ਸਤਿਗੁਰਾਂ ਦੀ ਬਹੁਤ ਹੀ ਮਹਿਮਾ ਕਰ ਰਹੇ ਹਨ। ਕਰਨ ਲੱਗੇ ਮੋਦੀ ਕਿਰਤ ਅਤੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੋ ਜਿਸ ਤਰ੍ਹਾਂ ਪਹਿਲਾਂ ਮੋਦੀ ਦੀ ਕਿਰਤ ਕਰ ਰਹੇ ਸੀ ਇਸ ਤਰ੍ਹਾਂ ਫੇਰ ਹੀ ਸ਼ੁਰੂ ਹੋਣ ਲੱਗ ਗਏ। ਪੂਰਬ ਜਿਉ ਮਨ ਭੈਨ ਜਿਨ੍ਹਾਂ ਦੇ ਮਨ ਵਿੱਚ ਕੋਈ ਭੈ ਡਰ ਨਹੀਂ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਹਨਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਮੋਦੀ ਖਾਨੇ ਦਾ ਕਾਰ ਕਰਦੇ ਸੀ, ਗਰੀਬਾਂ ਨੂੰ ਦਾਨ ਦਿੰਦੇ ਸੀ, ਗਰੀਬਾਂ ਦੀ ਰੱਖਿਆ ਬਖਸ਼ਿਸ਼ਾਂ ਕਿਰਪਾ ਕਰਦੇ ਸੀ ਸਾਰਿਆਂ ਤੇ, ਇਸੇ ਤਰ੍ਹਾਂ ਸਤਿਗੁਰਾਂ ਨੇ ਆਪਦੀ ਖੇਡ ਹੁਕਮ ਦੀ ਖੇਡ ਰਹੇ ਹਨ ਤੇ ਇਸੇ ਤਰ੍ਹਾਂ ਕੰਮਕਾਰ ਫੇਰ ਸ਼ੁਰੂ ਕਰ ਦਿੱਤਾ ਹੈ। ਸੋ ਸਾਧ ਸੰਗਤ ਜੀ ਇੱਥੇ ਪ੍ਰਸੰਗ ਦੀ ਸਮਾਪਤੀ ਹੈ।
ਆਪਾਂ ਇਸ ਪ੍ਰਸੰਗ ਵਿੱਚ ਸਤਿਗੁਰਾਂ ਨੇ ਕਿਰਪਾ ਕਰਕੇ ਸਾਰੇ ਤੇ ਬਖਸ਼ਿਸ਼ਾਂ ਕੀਤੀਆਂ ਹਨ। ਸੋ ਇੱਥੇ ਆਪਾਂ ਸਮਾਪਤੀ ਕਰੀਏ। ਸੋ ਅਖੀਰਲੀਆਂ 2 ਪੰਕਤੀਆਂ ਪੜ੍ਹ ਕਰਕੇ ਗੁਰੂ ਦੀ ਉਸਤਤ ਕਰਕੇ ਸਮਾਪਤ ਕਰੀਏ। ਕਥਾ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ ਹਨ। ਆਪਦਾ ਅਨਦਾਨ ਬੱਤਾ ਸਮਝ ਕਰਕੇ ਮਾਫ ਕਰ ਦੇਣਾ। ਅਸੀਸ ਬਖਸ਼ਣੀ ਹੈ ਸਾਧ ਸੰਗਤ ਜੀ, ਗੁਰੂ ਖਾਲਸਾ ਜੀਓ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੇ ਸਹੀ ਤਰ੍ਹਾਂ ਸੋ ਨਿਰਵਿਘਨਤਾ ਸਹਿਤ ਸੇਵਾ ਲੈਂਦੇ ਰਹਿਣ। ਸੋ ਅਖੀਰਲੀਆਂ 2 ਪੰਕਤੀਆਂ ਪੜ੍ਹ ਕਰਕੇ ਗੁਰੂ ਦੀ ਉਸਤਤ ਕਰਕੇ ਆਪਾਂ ਸਮਾਪਤ ਕਰੀਏ ਜੀ। ਲੇਖਾ ਕਥਾ ਨ ਛੁੱਟੀ ਹੈ, ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਥਾ ਉਚਿਤ ਸਨਮਾਨ ਕੈ ਬਿਦਾ ਕੀਨ ਗੁਣ ਐਨ, ਕਰਨ ਲੱਗੇ ਮੋਦੀ ਕਿਰਤ ਪੂਰਬ ਜਿਉ ਮਨ ਭੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे माया तार, अंधकूप महापयान नानक पार उतार। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निधान जाका सदा विवेक। हे अपरंपर हर हरे है भी हो बनहार, हे संता का सदा संग निदारा आधार। हे ठाकुर हो दास रो मैं निर्गुण गुण नहीं कोई, नानक दीजै नाम दान राखो हिय परोए। आए रब शरणागति कृपा निध दयाल, एक अखर हर मन बसत नानक होत निहाल। वाहिगुरु नाम जहाज है चढ़े सो उतरे पार, जो सरदा कर सेम दे गुर पार उतारण हार। वाहिगुरु नाम जहाज है चढ़े सो उतरे पार, जो सरदा कर सेम दे गुर पार उतारण हार। वाहिगुरु जी का खालसा, वाहिगुरु जी की